ਹੈਲੋ ਮਾਈ ਡੀਅਰ ਸਟੂਡੈਂਟਸ ਆਫ 8th ਕਲਾਸ। ਹੋਪ ਹੈ ਕਿ ਤੁਸੀਂ ਸਾਇੰਸ ਦਾ ਕੁਇਜ਼ ਨੰਬਰ 7 ਕਲਾਸ 8th ਲਈ ਕੰਬਸ਼ਨ ਐਂਡ ਫਲੇਮ ਕਰ ਚੁੱਕੇ ਹੋ। ਪਰ ਬੇਟਾ ਇਹਦੇ ਆਨਸਰਸ ਨੂੰ ਸਮਝਣਾ ਇੱਕ ਵਾਰੀ ਬਹੁਤ ਜ਼ਰੂਰੀ ਹੈ। ਸੋ ਲੈਟ ਅਸ ਡਿਸਕਸ ਦ ਕੁਐਸਚਨਸ ਆਫ ਦਿਸ ਪੇਪਰ। ਫਸਟ ਕੁਐਸਚਨ ਸੀ, ਅਮੀਨਾ ਆਪਣੀ ਮਾਤਾ ਨਾਲ ਸੁਨਿਆਰੇ ਕੋਲ ਗਈ। ਉਸਨੇ ਇਹ ਵੇਖਿਆ ਕਿ ਸੁਨਿਆਰਾ ਚਾਂਦੀ ਅਤੇ ਸੋਨੇ ਦੇ ਗਹਿਣੇ ਪਿਘਲਾਉਣ ਲਈ ਲਾਟ ਦੇ ਸਭ ਤੋਂ ਬਾਹਰਲੀ ਖੇਤਰ ਦੀ ਵਰਤੋਂ ਕਰਦਾ ਹੈ। ਤੁਹਾਡੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ? Amina went to the goldsmith with her mother. She noticed that the goldsmith uses outermost part of the flame to melt the silver and gold. According to which of the following reason would be responsible for this? ਤਾਂ ਬੱਚਾ ਜੀ ਇਹ ਆਪਾਂ ਤੁਹਾਨੂੰ ਬਹੁਤ ਵਾਰੀ ਸਮਝਾਇਆ ਕਿ ਲਾਟ ਦੇ ਜਿਹੜੇ 3 ਹਿੱਸੇ ਹੁੰਦੇ ਨੇ, ਇੱਕ ਸਭ ਤੋਂ ਬਾਹਰਲਾ, ਇੱਕ ਸੈਂਟਰ ਵਾਲਾ ਤੇ ਇੱਕ ਵਿਚਲਾ। ਤੇ ਜਿਹੜਾ ਸਭ ਤੋਂ ਬਾਹਰਲਾ ਹਿੱਸਾ ਹੈ ਉਹ ਸਭ ਤੋਂ ਗਰਮ ਹੁੰਦਾ ਹੈ। ਜੇ ਲਾਟ ਦਾ ਬਾਹਰੀ ਭਾਗ ਸਭ ਤੋਂ ਗਰਮ ਹੈ ਤਾਂ ਸੁਨਿਆਰੇ ਜਿਹੜੇ ਵੀ ਹੋਣਗੇ, ਜਿਨ੍ਹਾਂ ਨੇ ਵੀ ਕੋਈ ਵੀ ਗਹਿਣਾ ਪਿਘਲਾਣਾ ਹੈ, ਚਾਹੇ ਸੋਨਾ ਚਾਹੇ ਚਾਂਦੀ, ਤਾਂ ਉਹ ਬਾਹਰਲੇ ਹਿੱਸੇ ਵਿੱਚ ਪਿਘਲਾਣਗੇ। ਇਹਦਾ ਉੱਤਰ ਹੁਣ ਇਹਦੇ ਆਪਸ਼ਨਸ ਦੇਖੋ ਜੀ। ਲਾਟ ਦੇ ਬਾਹਰੀ ਖੇਤਰ ਗਰਮ ਹੁੰਦਾ ਹੈ। ਆਊਟਰਮੋਸਟ ਪਾਰਟ ਆਫ ਫਲੇਮ ਇਜ਼ ਹੌਟ। ਲਾਟ ਦਾ ਬਾਹਰੀ ਖੇਤਰ ਠੰਡਾ ਹੁੰਦਾ ਹੈ, ਨਾ ਗਰਮ ਅਤੇ ਨਾ ਹੀ ਠੰਡਾ, ਨਾਈਦਰ ਹੌਟ ਔਰ ਕੋਲਡ। ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹਦਾ ਪਹਿਲਾ ਉੱਤਰ ਬਿਲਕੁਲ ਸਹੀ ਸੀ ਕਿ ਲਾਟ ਦਾ ਬਾਹਰੀ ਖੇਤਰ ਗਰਮ ਹੁੰਦਾ ਹੈ। ਇਸ ਲਈ ਸੁਨਿਆਰੇ ਕੋਲ ਜਦੋਂ ਲੈ ਕੇ ਗਏ ਤਾਂ ਸੋਨੇ ਦੇ ਗਹਿਣੇ ਪਿਘਲਾਉਣ ਲਈ ਲਾਟ ਦਾ ਸਭ ਤੋਂ ਬਾਹਰਲੀ ਖੇਤਰ ਯੂਜ਼ ਕਰੇਗਾ। ਚਲੋ ਜੀ, ਸੈਕਿੰਡ ਕੁਐਸਚਨ ਸੀ, ਅੱਜ ਜਮਾਤ ਵਿੱਚ ਰਮਨਦੀਪ ਕੌਰ ਨੇ ਇਹ ਜਾਣਨਾ ਚਾਹਿਆ ਕਿ ਜਲਣ ਲਈ ਕੁਝ ਕਾਰਕ ਜਿਹੜੇ ਹਨ ਬਹੁਤ ਜ਼ਰੂਰੀ ਹੁੰਦੇ ਹਨ, ਸ਼ਰਤਾਂ ਲੋੜੀਂਦੀਆਂ ਹੁੰਦੀਆਂ ਹਨ। ਜਲਣ ਲਈ ਉਹ ਹੇਠਾਂ ਦਿੱਤਿਆਂ ਵਿੱਚੋਂ ਕਿਹੜੀਆਂ ਲੋੜੀਂਦਾ ਹਨ? ਟੂਡੇ ਇਨ ਦ ਕੇਸ class Ramandeep Kaur came to know to ignite an object, it required some essential things. Which of the following are required for ignition? ਆਕਸੀਜਨ, ਬਾਲਣ, ਫਿਊਲ, ਜਲਨ, ਤਾਪਮਾਨ, ਇਗਨੀਸ਼ਨ ਟੈਂਪਰੇਚਰ, ਉਪਰੋਕਤ ਸਾਰੇ। ਤਾਂ ਬੇਟਾ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਪਰੋਕਤ ਜਿਹੜੇ ਸਾਰੇ, ਕਿਉਂਕਿ ਜੇ ਤੁਸੀਂ ਚੀਜ਼ ਨੂੰ ਜਲਾਉਣਾ ਹੈ ਤਾਂ ਉੱਥੇ ਆਕਸੀਜਨ ਵੀ ਹੋਣੀ ਚਾਹੀਦੀ ਹੈ, ਉਹ ਚੀਜ਼ ਵੀ ਹੋਣੀ ਚਾਹੀਦੀ, ਬਾਲਣ ਵੀ ਹੋਣਾ ਚਾਹੀਦਾ ਅਤੇ ਉਹਦਾ ਇਗਨੀਸ਼ੀਅਮ ਟੈਂਪਰੇਚਰ ਯਾਨੀ ਉਹਦਾ ਜਲਨ ਤਾਪਮਾਨ ਰੀਚ ਵੀ ਹੋਣਾ ਚਾਹੀਦਾ। ਚਲੋ ਜੀ, ਥਰਡ ਕੁਐਸਚਨ ਦੀ ਗੱਲ ਕਰਦੇ ਹਾਂ। ਉੱਤਰ ਤੁਹਾਨੂੰ ਉਤਲੇ ਦਾ ਪਤਾ ਲੱਗ ਗਿਆ ਹੋਣਾ, ਆਲ ਆਫ ਅਬਵ। ਠੀਕ ਹੈ ਜੀ। ਥਰਡ ਕੁਐਸਚਨ ਦੀ ਗੱਲ ਕਰਦੇ ਹਾਂ। ਦਮਨਪ੍ਰੀਤ ਨੇ ਪੜ੍ਹਿਆ ਕਿ ਸੂਰਜ ਦਾ ਆਪਣਾ ਪ੍ਰਕਾਸ਼ ਅਤੇ ਊਰਜਾ ਹੁੰਦੀ ਹੈ। ਸੂਰਜ ਵਿੱਚ ਪ੍ਰਕਾਸ਼ ਅਤੇ ਊਰਜਾ ਲਈ ਜ਼ਿੰਮੇਵਾਰ ਕਿਰਿਆ ਕਿਹੜੀ ਹੈ? ਦਮਨਪ੍ਰੀਤ ਸਟੱਡੀਡ ਦੈਟ ਸਨ ਪ੍ਰੋਡਿਊਸਸ ਲਾਈਟ ਐਂਡ ਐਨਰਜੀ ਇਟਸੈਲਫ। ਵਿਚ ਪ੍ਰੋਸੈਸ ਇਜ਼ ਰਿਸਪੋਂਸਿਬਲ ਫॉर ਦ ਪ੍ਰੋਡਕਸ਼ਨ ਆਫ ਲਾਈਟ ਐਂਡ ਐਨਰਜੀ? ਬੇਟਾ ਜੀ ਓਬਵੀਅਸ ਹੈ, ਤੁਹਾਨੂੰ ਪਤਾ ਹੈ ਕਿ ਸਨ 'ਚ ਕੋਲਾ ਤਾਂ ਹੈ ਨਹੀਂ, ਇਸ ਲਈ ਉਹ ਨਹੀਂ ਬਲ ਰਿਹਾ। ਸਨ 'ਚ ਮੈਗਨੀਸ਼ੀਅਮ ਵੀ ਨਹੀਂ ਹੈਗਾ। ਬੇਟਾ ਸਨ 'ਚ ਕੀ ਹੋ ਰਿਹਾ ਜੀ? ਸਨ 'ਚ ਨਿਊਕਲੀਅਰ ਰਿਐਕਸ਼ਨ ਹੋ ਰਹੀ ਹੈ। ਨਿਊਕਲੀਅਰ ਰਿਐਕਸ਼ਨ ਹੋ ਰਹੀ ਹੈ ਜੀ। ਇੱਕ ਹੁੰਦੀ ਹੈ ਨਿਊਕਲੀਅਰ ਫਿਜ਼ਨ, ਇੱਕ ਹੁੰਦੀ ਹੈ ਫਿਊਜ਼ਨ। ਫਿਊਜ਼ਨ ਹੁੰਦਾ ਜੀ ਦੋ ਚੀਜ਼ਾਂ ਦਾ ਜਿਹੜਾ ਫਿਊਜ਼ਨ ਹੁੰਦੀ ਹੈ ਦੋ ਚੀਜ਼ਾਂ ਦਾ ਜਿਹੜਾ ਮਿਲ ਕੇ ਨਵੀਂ ਚੀਜ਼ ਬਣਨਾ। ਅਤੇ ਜੀ ਸਨ 'ਚ ਨਿਊਕਲੀਅਰ ਰਿਐਕਸ਼ਨ ਜਿਹੜੀ ਹੋ ਰਹੀ ਹੈ, ਨਿਊਕਲੀਅਰ ਫਿਊਜ਼ਨ ਹੋ ਰਹੀ ਹੈ। ਕੀ ਹੋ ਰਹੀ ਹੈ ਜੀ? ਫਿਊਜ਼ਨ। ਚਲੋ ਜੀ, ਇਹਦਾ ਮਤਲਬ ਇਹਦਾ ਸੀ ਉੱਤਰ ਬਿਲਕੁਲ ਸਹੀ ਹੈ। ਸਕੂਲ ਵਿੱਚ ਕੂੜੇ ਦੇ ਢੇਰ ਨੂੰ ਲੱਗੀ ਅੱਗ ਨੂੰ ਦੇਖ ਕੇ ਰਾਮ ਨੇ ਨੋਟਿਸ ਕੀਤਾ ਕਿ ਢੇਰ ਵਿੱਚ ਕੁਝ ਵਸਤੂਆਂ ਘੱਟ ਤਾਪਮਾਨ 'ਤੇ ਅੱਗ ਫੜ ਲੈਂਦੀਆਂ ਹਨ ਅਤੇ ਦੂਜੀਆਂ ਵੱਧ ਤਾਪਮਾਨ 'ਤੇ। ਉਹ ਜਾਣਨਾ ਚਾਹੁੰਦਾ ਹੈ ਕਿ ਘੱਟ ਤੋਂ ਘੱਟ ਤਾਪਮਾਨ ਜਿਸ 'ਤੇ ਕੋਈ ਵਸਤੂ ਅੱਗ ਫੜ ਲੈਂਦੀ ਹੈ। ਔਨ ਬਰਨਿੰਗ ਅ ਹੀਪ ਆਫ ਗਾਰਬੇਜ ਇਨ ਦ ਸਕੂਲ, ਰਾਮ ਨੋਟਿਸ ਦੈਟ ਸਮ ਆਬਜੈਕਟ ਇਨ ਦ ਹੀਪ ਕੈਚ ਫਾਇਰ ਐਟ ਲੋਅਰ ਟੈਂਪਰੇਚਰ ਐਂਡ ਅਦਰ ਐਟ ਹਾਈ ਟੈਂਪਰੇਚਰ। ਹੀ ਵਾਂਟਸ ਟੂ ਨੋ ਦੈਟ ਦ ਲੋਐਸਟ ਟੈਂਪਰੇਚਰ ਐਟ ਵਿਚ ਐਨ ਆਬਜੈਕਟ ਕੈਚਿਸ ਫਾਇਰ ਇਜ਼ ਕਾਲਡ ਪਿਘਲਾਓ ਦਰਜਾ, ਜਲਨ ਤਾਪਮਾਨ, ਉਬਾਲ ਦਰਜਾ, ਕਿ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੇਟਾ ਜੀ ਇਗਨੀਸ਼ੀਅਨ ਟੈਂਪਰੇਚਰ, ਜਲਨ ਤਾਪਮਾਨ, ਜਦੋਂ ਤੱਕ ਵਸਤੂ ਆਪਣਾ ਇਗਨੀਸ਼ੀਅਮ ਟੈਂਪਰੇਚਰ ਯਾਨੀ ਜਲਨ ਤਾਪਮਾਨ ਰੀਚ ਨਹੀਂ ਕਰ ਪਾਉਂਦੀ, ਉਹ ਫਾਇਰ ਨੂੰ ਨਹੀਂ ਫੜ ਪਾਉਂਦੀ। ਨੈਕਸਟ ਕੁਐਸਚਨ ਇਜ਼, ਅਲਮੀਨੀਅਮ ਦੀ ਪਾਈਪ ਦੇ ਆਲੇ ਦੁਆਲੇ ਲਪੇਟੀਆਂ ਕਾਗਜ਼ ਦਾ ਟੁਕੜਾ ਆਸਾਨੀ ਨਾਲ ਅੱਗ ਨਹੀਂ ਫੜਦਾ। ਹੇਠ ਦਿੱਤਿਆਂ ਵਿੱਚੋਂ ਕਿਹੜਾ ਕਾਰਨ ਹੈ ਜੋ ਉੱਪਰ ਦਿੱਤੀ ਸੂਚਨਾ ਨੂੰ ਸਪੋਰਟ ਕਰੇਗਾ? ਅ ਪੀਸ ਆਫ ਪੇਪਰ ਰੈਪਡ ਅਰਾਊਂਡ ਦ ਅਲਮੀਨੀਅਮ ਪਾਈਪ ਡਜ਼ ਨਾਟ ਕੈਚ ਫਾਇਰ ਈਜ਼ਲੀ। ਵਿਚ ਆਫ ਦ ਫੋਲੋਇੰਗ ਰੀਜ਼ਨ ਵੁੱਡ ਸਪੋਰਟ ਦ ਅਬਵ ਇਨਫੋਰਮੇਸ਼ਨ? ਪੇਪਰ ਜਲਨਸ਼ੀਲ ਨਹੀਂ ਹੈ, ਅਤੇ ਬਹੁਤ ਗਲਤ ਫੈਕਟ ਹੈ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਕਿ ਪੇਪਰ ਕੀ ਹੈ, ਇੱਕ ਜਲਨਸ਼ੀਲ ਪਦਾਰਥ ਹੈ। ਅਲਮੀਨੀਅਮ ਜਲਨਸ਼ੀਲ ਨਹੀਂ ਹੈ। ਅਲਮੀਨੀਅਮ ਨੋ ਡਾਊਟ ਟੈਂਪਰੇਚਰ ਹਾਈ ਅਲਮੀਨੀਅਮ ਦਾ ਹੁੰਦਾ ਹੈ। ਅਲਮੀਨੀਅਮ ਪਾਈਪ ਪ੍ਰਜਲਨ ਤਾਪਮਾਨ ਪ੍ਰਾਪਤ ਨਹੀਂ ਕਰਦੀ, ਇਹ ਵੀ ਰੋਂਗ ਹੋ ਗਿਆ ਜੀ। ਪੇਪਰ ਨੂੰ ਪ੍ਰਜਲਨ ਤਾਪਮਾਨ ਪ੍ਰਾਪਤ ਨਹੀਂ ਹੁੰਦਾ ਅਤੇ ਇਸ ਕਰਕੇ ਉਹ ਜਿਹੜਾ ਹੈ ਫਾਇਰ ਨੂੰ ਈਜ਼ਲੀ ਕੈਚ ਨਹੀਂ ਕਰ ਪਾਉਂਦਾ।
ਚਲੋ ਜੀ 6th ਕੁਐਸਚਨ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ। ਮੋਮਬੱਤੀ ਦੀ ਲਾਟ ਦੇ ਵੱਖ-ਵੱਖ ਹਿੱਸੇ A ਅਤੇ B C ਅੱਖਰਾਂ ਨਾਲ ਨਿਸ਼ਾਨਬੱਧ ਕੀਤੇ ਗਏ ਨੇ। ਆ ਦੇਖੋ ਜੀ ਹਿੱਸੇ ਦਿਖ ਰਹੇ ਨੇ, A ਬਾਹਰੀ ਭਾਗ ਦਿੱਤਾ ਹੈ, B ਮੋਡਰੇਟ ਦਿੱਤਾ ਵਿਚਲਾ, ਤੇ C ਦਿੱਤਾ ਜੀ ਬਿਲਕੁਲ ਅੰਦਰਲਾ। ਤੇ ਉਹ ਕਹਿੰਦੇ ਆ ਜੀ ਦ ਡਿਫਰੈਂਟ ਜ਼ੋਨਸ ਆਫ ਫਲੇਮ ਆਰ ਮਾਰਕਡ ਬਾਈ ਲੈਟਰ A ਐਂਡ B ਐਂਡ C ਵਿਚ ਆਫ ਦ ਫੋਲੋਇੰਗ ਇਜ਼ ਕਰੈਕਟ। A ਅੰਸ਼ਿਕ ਗਰਮ ਹੈ, A ਮੋਡਰੇਟਲੀ ਹੌਟ ਹੈ, A ਲਾਟ ਦਾ ਸਭ ਤੋਂ ਵੱਧ ਗਰਮ ਭਾਗ ਹੈ। ਠੀਕ ਹੈ ਜੀ, A ਲਾਟ ਦਾ ਕੀ ਹੈ ਜੀ, A ਲਾਟ ਦਾ, ਇੱਕ ਮਿੰਟ ਬੇਟਾ, A ਲਾਟ ਦਾ ਯਾਨੀ ਸਭ ਤੋਂ ਵੱਧ ਗਰਮ ਭਾਗ ਹੈ। C ਅੰਸ਼ਿਕ ਭਾਗ ਹੈ। ਠੀਕ ਹੈ ਜੀ, C ਅੰਸ਼ਿਕ ਗਰਮ ਹੈ। B ਲਾਟ ਦਾ ਸਭ ਤੋਂ ਵੱਧ ਗਰਮ ਹੈ। ਤਾਂ ਬੇਟਾ ਜੀ A ਜਿਹੜਾ ਹੈ ਉਹ ਲਾਟ ਦਾ ਕੀ ਹੈ ਜੀ, A ਲਾਟ ਦਾ ਸਭ ਤੋਂ ਵੱਧ ਗਰਮ ਭਾਗ ਹੈ। ਸੋ ਸਾਡਾ ਜਿਹੜਾ ਉੱਤਰ ਹੈ ਉਹ ਕਿਹੜਾ ਸਹੀ ਹੋਏਗਾ ਕਿ A ਲਾਟ ਦਾ ਸਭ ਤੋਂ ਵੱਧ ਗਰਮ ਭਾਗ ਹੈ, ਕਿਉਂਕਿ ਬਾਹਰੀ ਭਾਗ ਹੈ। ਚਲੋ ਜੀ 7th ਕੁਐਸਚਨ ਹੈ। ਸੀਮਾ ਨੇ ਰੀਨਾ ਨੂੰ ਪੁੱਛਿਆ ਕਿ ਮੌਜੂਦ ਸਮੇਂ ਵਿੱਚ ਰਸੋਈ ਲਈ ਸਭ ਤੋਂ ਵਧੀਆ ਬਾਲਣ ਕਿਹੜਾ ਹੈ। ਸੀਮਾ ਆਸਕ ਰੀਨਾ ਦੈਟ ਵਿਚ ਇਜ਼ ਦਾ ਬੈਸਟ ਫਿਊਲ ਫॉर द ਕਿਚਨ ਐਟ ਦਾ ਪ੍ਰੈਜ਼ੈਂਟ ਟਾਈਮ। ਤਾਂ ਬੇਟਾ ਜੀ ਸਭ ਤੋਂ ਵਧੀਆ ਕੀ ਹੈ ਜੀ, LPG ਲਿਕੁਇਫਾਈਡ ਪੈਟਰੋਲੀਅਮ ਗੈਸ, ਨਾ ਕੋਲਾ ਨਾ ਮਿੱਟੀ ਦਾ ਤੇਲ ਨਾ ਪੈਟਰੋਲ। ਕਿਉਂ? ਕਿਉਂਕਿ ਜਦੋਂ ਤੁਸੀਂ LPG ਰਸੋਈ 'ਚ ਯੂਜ਼ ਕਰਦੇ ਹੋ ਤੁਸੀਂ ਦੇਖਦੇ ਹੋ ਨਾ ਤਾਂ ਧੂੰਆਂ ਨਿਕਲਦਾ ਨਾ ਫਿਊਲ ਕੁਛ ਹੁੰਦਾ, ਠੀਕ ਹੈ ਨਾ। ਤੇ ਇਹਦਾ ਮਤਲਬ LPG ਜਿਹੜਾ ਹੈ ਸਾਡਾ ਸਹੀ ਉੱਤਰ ਹੈ। 8ਵਾਂ ਕੁਐਸਚਨ ਹੈ। ਅੱਜ ਅਧਿਆਪਕ ਨੇ ਵਿਦਿਆਰਥੀਆਂ ਨੂੰ ਤੀਲਾ ਦੀ ਡੱਬੀ ਦਾ ਇਤਿਹਾਸ ਪੜ੍ਹਾਇਆ। ਅਧਿਆਪਕ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਤੀਲਾ ਦੀ ਡੱਬੀ ਦੀ ਸਤ੍ਹਾ ਉੱਤੇ ਮੁੱਖ ਰਸਾਇਣ ਕਿਹੜਾ ਹੁੰਦਾ ਹੈ। ਬੇਟਾ ਇਸ ਕੁਐਸਚਨ 'ਚ ਬੱਚੇ ਕਿੱਥੇ ਕਨਫਿਊਜ਼ ਹੋਏ, ਬੱਚੇ ਕਨਫਿਊਜ਼ ਹੋਏ ਕਿ ਉਹਨਾਂ ਨੇ ਮੁੱਖ ਸਤ੍ਹਾ ਪੜ੍ਹਿਆ ਹੀ ਨਹੀਂ ਜੀ। ਉਹਨਾਂ ਨੇ ਕਿਹਾ ਤੀਲਾ ਦੀ ਡੱਬੀ, ਉਹਨੇ ਛੇਤੀ ਛੇਤੀ ਪੋਟਾਸ਼ੀਅਮ ਕਲੋਰੇਟ ਨੂੰ ਟਿਕ ਕਰਤਾ। ਟੂਡੇ ਟੀਚਰ ਟੌਟ ਦੈਟ ਦ ਸਟੂਡੈਂਟ ਅਬਾਊਟ ਮੈਚਬੁੱਕ ਹਿਸਟਰੀ। ਹੀ ਆਸਕਡ ਦ ਸਟੂਡੈਂਟ ਦੈਟ ਵਿਚ ਇਜ਼ ਦ ਮੇਨ ਕੈਮੀਕਲ ਕੰਪੋਨੈਂਟ ਪ੍ਰੈਜ਼ੈਂਟ ਸਟਰਾਈਕਿੰਗ ਸਰਫੇਸ ਆਫ ਮੈਚਬੁੱਕਸ। ਬੇਟਾ ਜੀ ਸਟਰਾਈਕਿੰਗ ਸਰਫੇਸ 'ਤੇ ਕਿਹੜਾ ਹੈ, ਤੇ ਰੈੱਡ ਫਾਸਫੋਰਸ ਹੁੰਦਾ ਜੀ, ਇਸ ਲਈ ਇਹਦਾ ਸਹੀ ਉੱਤਰ ਸੀ ਫਾਸਫੋਰਸ। ਤਕਰੀਬਨ ਬੱਚਿਆਂ ਦਾ ਕੁਐਸਚਨ ਕਿਉਂ ਗਲਤ ਹੋ ਗਿਆ, ਕਿਉਂਕਿ ਉਹਨਾਂ ਨੇ ਬਿਨਾਂ ਸੋਚੇ ਸਮਝੇ ਪੋਟਾਸ਼ੀਅਮ ਕਲੋਰੇਟ ਨੂੰ ਟਿਕ ਕਰਤਾ। 9 ਕੁਐਸਚਨ ਸੀ। ਹਰਮਨ ਨੇ ਸਿੱਖਾ ਨੂੰ ਪੁੱਛਿਆ ਕਿ ਸਧਾਰਨ ਤਾਪਮਾਨ ਤੇ ਹਵਾ ਵਿੱਚ ਕਿਹੜਾ ਪਦਾਰਥ ਅੱਗ ਫੜ ਲੈਂਦਾ ਹੈ। ਹਰਮਨ ਆਸਕ ਸ਼ਿਖਾ ਦੈਟ ਵਿਚ ਸਬਸਟੈਂਸ ਕੈਚ ਫਾਇਰ ਇਨ ਦ ਪ੍ਰੈਜ਼ੈਂਸ ਆਫ ਏਅਰ ਐਟ ਰੂਮ ਟੈਂਪਰੇਚਰ। ਚਿੱਟਾ ਫਾਸਫੋਰਸ, ਕੈਲਸ਼ੀਅਮ, ਲੋਹਾ ਕਿ ਕਾਪਰ। ਤਾਂ ਬੇਟਾ ਜੀ ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਕਿਹੜਾ ਜੀ, ਵਾਈਟ ਫਾਸਫੋਰਸ। ਬਹੁਤ ਵਾਰੀ ਅਸੀਂ ਤੁਹਾਨੂੰ ਸੁਣਿਆ ਕਿ ਜਿਹੜਾ ਫਾਸਫੋਰਸ ਹੁੰਦਾ ਹੈ ਉਹ ਰੂਮ ਟੈਂਪਰੇਚਰ 'ਤੇ ਅੱਗ ਫੜ ਲੈਂਦਾ ਹੈ। ਤੁਹਾਨੂੰ ਪਤਾ ਹੈ ਕੈਲਸ਼ੀਅਮ ਤੁਹਾਡੇ ਚੌਕਸ 'ਚ ਹੁੰਦਾ, ਨਹੀਂ ਫੜਦਾ। ਆਇਰਨ, ਆਮ ਲੋਹਾ ਅਸੀਂ ਯੂਜ਼ ਕਰਦੇ ਹਾਂ, ਅਤੇ ਕਾਪਰ ਵੀ ਨਹੀਂ ਫੜਦਾ। 10th ਕੁਐਸਚਨ ਸੀ। ਅਧਿਆਪਕ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਕਾਰ ਦੇ ਬਾਲਣਾਂ ਬਾਰੇ ਪੜ੍ਹਾਇਆ। ਬਾਲਣ ਕਿਸ ਪ੍ਰਕਾਰ ਦੇ ਹੋ ਸਕਦੇ ਨੇ। ਟੀਚਰ ਟੌਟ ਦ ਸਟੂਡੈਂਟਸ ਅਬਾਊਟ ਡਿਫਰੈਂਟ ਟਾਈਪਸ ਆਫ ਫਿਊਲ। ਟਾਈਪਸ ਆਫ ਫਿਊਲ ਮੇ ਬੀ ਠੋਸ, ਦਰਵ, ਗੈਸ, ਕਿ ਇਹਨਾਂ 'ਚੋਂ ਸਾਰੇ ਦੱਸੋ ਜੀ। ਤਾਂ ਬੇਟਾ ਜੀ ਇਹਨਾਂ 'ਚੋਂ ਸਾਰੇ, ਇਹਨਾਂ 'ਚੋਂ ਕੀ ਜੀ, ਸਾਰੇ। ਠੀਕ ਹੈ ਜੀ, ਚਲੋ ਤੇ ਇਹ ਤੁਹਾਡੇ ਉੱਤਰ ਸੀਗੇ ਸਾਰੇ, ਤੇ ਜਿਹੜੇ ਤੁਸੀਂ ਕਰਨੇ ਸੀ, ਠੀਕ ਹੈ ਨਾ। ਤੇ ਇਹ ਬਹੁਤ ਹੀ ਇੰਪੋਰਟੈਂਟ ਕੁਇਜ਼ ਆ ਜਲਨ ਅਤੇ ਲਾੜਤਾ। ਹੋਪ ਕਰਦੇ ਹਾਂ ਕਿ ਤੁਸੀਂ ਨੈਸ ਦੀ ਤਿਆਰੀ ਪੂਰੇ ਜ਼ੋਰੋ ਸ਼ੋਰੋ ਨਾਲ ਕਰ ਰਹੇ ਹਾਂ। ਟਿਲ ਦੈਨ ਬੇਟਾ ਜੀ ਮਿਲਦੇ ਹਾਂ ਅਗਲੀ ਵੀਡੀਓ ਨਾਲ। ਟੇਕ ਕੇਅਰ, ਗੁੱਡ ਬਾਏ।